ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਜਸਟ ਟੀਵੀ ਦੇ ਨਾਲ। ਕੀ ਚਾਹੁੰਦਾ ਪੰਜਾਬ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਕਤ ਬੜਾ ਥੋੜਾ ਰਹਿ ਗਿਆ। ਕੋਡ ਆਫ ਕੰਡਕਟ ਯਾਨੀ ਕਿ ਚੋਣ ਜਾਬਤਾ ਕੁਝ ਹੀ ਦਿਨਾਂ ਦੇ ਬਾਅਦ ਲੱਗਣ ਵਾਲਾ ਹੈ। ਉਸ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਦੀਆਂ ਰਾਜਨੀਤਿਕ ਸਰਗਰਮੀਆਂ ਬੜੇ ਵਿਲੱਖਣ ਜਿਹੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਹੋ ਗਈਆਂ ਨੇ। ਕਿਸੇ ਦੇ ਉੱਤੇ ਕੋਈ FIR ਦਰਜ ਹੋ ਜਾਂਦੀ ਹੈ ਪੁਰਾਣੇ ਡਰੱਗ ਮਾਮਲੇ ਨੂੰ ਲੈ ਕੇ, ਜਿਹੜਾ ਡਰੱਗ ਮਾਮਲਾ ਪੰਜਾਬ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਰਿਹਾ, ਅਤੇ ਫਿਰ ਉਹ ਬੰਦਾ ਇਸ ਵਕਤ ਭਗੌੜਾ ਵੀ ਹੋ ਜਾਂਦਾ, ਯਾਨੀ ਕਿ ਲੁਕਦਾ ਛਿਪਦਾ ਫਿਰਦਾ ਹੈ ਤੇ ਸਰਕਾਰ ਉਸ ਦੇ ਉੱਤੇ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੰਦੀ ਹੈ। ਕੋਈ 40 ਸਾਲ ਪੁਰਾਣੀ ਰਾਜਨੀਤਿਕ ਪਾਰਟੀ ਛੱਡ ਕੇ ਨਵੀਂ ਰਾਜਨੀਤਿਕ ਪਾਰਟੀ ਦਾ ਪੱਲਾ ਫੜ ਲੈਂਦਾ ਹੈ ਤਾਂ ਕਿ ਕੋਈ ਸਿਆਸੀ ਲਾਹਾ ਲਿਆ ਜਾ ਸਕੇ। ਪਰੰਤੂ ਕੀ ਚਾਹੁੰਦਾ ਪੰਜਾਬ ਦੇ ਵਿੱਚ ਜਸਟ ਟੀਵੀ ਜਦੋਂ ਆਮ ਆਵਾਮ ਨਾਲ ਗੱਲ ਕਰਦਾ, ਪੰਜਾਬ ਦੇ ਆਮ ਲੋਕਾਂ ਨਾਲ ਗੱਲ ਕਰਦਾ, ਤਾਂ ਲੋਕਾਂ ਦੀਆਂ ਸਮੱਸਿਆਵਾਂ ਸ਼ਹਿਰ ਪੱਧਰ ਦੇ ਉੱਤੇ, ਪਿੰਡ ਪੱਧਰ ਦੇ ਉੱਤੇ, ਕਸਬਾ ਪੱਧਰ ਦੇ ਉੱਤੇ, ਮੁਹੱਲਾ ਪੱਧਰ ਦੇ ਉੱਤੇ ਪਈਆਂ ਨੇ। ਲੋਕਾਂ ਨੂੰ ਆਪਣੇ ਰੋਜ਼ਗਾਰ ਦੇ ਫਿਕਰ ਦੇ ਨਾਲ ਆਪਣੇ ਗਲੀ ਮੁਹੱਲੇ ਦੀ ਚਿੰਤਾ ਹੈ, ਆਪਣੇ ਪਿੰਡ ਦੇ ਵਿਕਾਸ ਦੀ ਚਿੰਤਾ ਹੈ, ਆਪਣੇ ਵਿਧਾਇਕਾਂ ਤੋਂ, ਆਪਣੇ ਰਾਜਨੀਤਿਕ ਨੁਮਾਇੰਦਿਆਂ ਤੋਂ ਲੋਕਾਂ ਦੀਆਂ ਕੁਝ ਉਮੀਦਾਂ ਨੇ। ਉਹਨਾਂ ਉਮੀਦਾਂ ਦੇ ਵਿੱਚ ਲੋਕਾਂ ਦੇ ਕੀ ਸਵਾਲ ਨੇ ਔਰ ਲੋਕ ਕੀ ਚਾਹੁੰਦੇ ਨੇ, ਆਓ ਵੇਖਦੇ ਹਾਂ ਖਾਸ ਰਿਪੋਰਟ ਕੀ ਚਾਹੁੰਦਾ ਪੰਜਾਬ। ਮੰਨ ਲਓ ਵੀ ਆਪਾਂ ਤੁਹਾਨੂੰ ਵਿਧਾਇਕ ਚੁਣ ਲੈਂਦੇ ਆ ਜਾਂ ਕੋਈ ਮੰਤਰੀ ਮੁੱਖ ਮੰਤਰੀ ਲਗਾ ਦਿੰਦੇ ਆ, ਤੁਸੀਂ ਪਹਿਲ ਦੇ ਆਧਾਰ ਤੇ ਕਿਹੜੇ ਫੈਸਲੇ ਲਓਗੇ ਜਾਂ ਕਿਹੜੇ ਕੰਮ ਕਰੋਗੇ? ਲੋਕ ਇਹ ਇੱਕ ਮੇਰੇ ਪੰਜਾਬ ਦਾ ਬਹੁਤ ਵੱਡਾ ਦਿਖਾਂਤ ਆ। ਸੱਚੀ ਗੱਲ ਕਹਿਣੇ ਵਾਲਾ ਜਰਿਆ ਨਹੀਂ ਜਾਂਦਾ। ਤੇ ਉਹਨਾਂ ਦਿਨਾਂ ਦੇ ਵਿੱਚ 500 ਦੀ ਬੋਤਲ ਤੇ ਬੰਦੇ ਵਿਕ ਜਾਂਦੇ ਆ। ਤੇ ਜਿਹੜੀ ਤੁਸੀਂ ਗੱਲ ਕਹੀ ਆ, ਹਾਂ, ਜੇ ਮੈਂ ਬਣਿਆ, ਮੈਂ ਕੋਸ਼ਿਸ਼ ਕਰਾਂਗਾ ਕਿ ਜਿਸ ਇਮਾਨਦਾਰੀ ਨਾਲ ਮੈਂ ਚੱਲਿਆ, ਮੈਂ ਹੁਣ ਤੱਕ ਕਹਿਣਾ ਮੈਂ 92 ਦਾ ਤੁਰਿਆ, ਹੁਣ ਤੱਕ ਕਹਿਣਾ ਮੈਂ ਛਾਤੀ ਠੋਕ ਕੇ ਕਹਿਣਾ, ਇੱਕ ਬੰਦਾ ਪੂਰੇ ਇਲਾਕੇ ਚੋਂ ਇੱਕ ਬੰਦਾ ਕੱਢ ਕੇ ਲੈ ਆਓ ਬਈ ਇਸ ਗੱਲ ਦੇ ਵਿੱਚ ਖੇੜੇ ਨੇ ਕਦੇ ਕਿਤੇੋਂ ਪੈਸਾ ਲੈ ਕੇ ਕਿਸੇ ਦਾ ਕੰਮ ਕਰਾ, ਇੱਕ ਬੰਦਾ ਆ ਜਾਵੇ, ਉਦਣ ਘਰ ਪੈ ਜਾਣਾ। ਪਰ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਆ, ਫਿਰ ਬੜੀਆਂ ਡਿਮਾਂਡਾਂ ਉਹ ਤੁਸੀਂ ਜਿਹੜੀਆਂ ਆ, ਕਈ ਵਾਰ ਬੰਦਾ ਕੰਮ ਕਰਨ ਵਾਲਾ ਉੱਥੇ ਆ ਕੇ ਫਿਰ ਰੋਣ ਲੱਗ ਪੈਂਦਾ ਵੀ ਯਾਰ ਫਿਰ ਇਹਦੇ ਨਾਲੋਂ ਤਾਂ ਉਹੀ ਖਰਾ ਵੀ ਕੁਛ ਵੀ ਨਾ ਕਰੋ 5 ਸਾਲ। ਜਿਹੜਾ ਅਸਲੀ ਆ ਉਹ ਕੱਲੀ ਮੈਂ ਲੀਡਰਾਂ ਦੀ ਗਲਤੀ ਤਾਂ ਹੈਗੀ ਆ, ਪਰ ਜਿਹੜੀ ਪਬਲਿਕ ਦੀ ਵੱਡੀ ਇਹ ਗਲਤੀ ਆ ਕਿ ਜਦੋਂ ਤੱਕ ਤੁਸੀਂ ਲਾਲਚ ਤੋਂ ਬਿਨਾਂ ਇਹ ਮਤਦਾਨ, ਸਾਡੇ ਬਜ਼ੁਰਗਾਂ ਨੇ ਇਹ ਵੱਡੀਆਂ ਕੁਰਬਾਨੀਆਂ ਕਰਕੇ ਸ਼ਹੀਦੀਆਂ ਪਾਈਆਂ, ਕਿੰਨੇ ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ। ਇਹ ਮਤਦਾਨ, ਸਾਨੂੰ ਵੋਟ ਪਾਉਣ ਦਾ, ਪਹਿਲਾਂ ਵੋਟ ਪਾਉਣ ਦਾ ਅਧਿਕਾਰ ਸਾਨੂੰ ਹੈ ਨਹੀਂ ਸੀ, ਕੁਛ ਕੁ ਚੁਣਦੇ ਬੰਦੇ ਸੀ। ਇਹ ਮਤਦਾਨ ਆਪਣੇ ਮਤ ਦਾ ਕਰਨਾ, ਪਰ ਅਸੀਂ ਉਸ ਵੇਲੇ ਜਾ ਕੇ ਜਦੋਂ ਤੱਕ ਮਤ ਦਾ ਦਾਨ ਨਹੀਂ ਕਰਨਾ ਸਿੱਖਣਾ, ਉਦੋਂ ਤੱਕ ਨਾ ਕੋਈ ਚੰਗਾ ਮੋਰੇ ਆਵੇ, ਤੇ ਨਾ ਹੀ ਜਿਹੜੀ ਚੀਜ਼ ਆਪਾਂ ਪੰਜਾਬ ਨੂੰ ਅੱਗੇ। ਸਾਡੇ NRI ਭਰਾਵਾਂ ਨੇ ਪਿਛਲੀ ਵਾਰ ਇੱਕ ਬਹੁਤ ਵੱਡੀ ਹਨੇਰੀ ਲਿਆਂਦੀ, ਕੀ ਹੋਇਆ? ਉਹ ਕਿੱਥੇ ਆ ਇਨਕਲਾਬ? ਕਿਤੇ ਨਹੀਂ ਦਿਸਿਆ। ਇਸ ਕਰਕੇ ਇਹ ਦਿਲ ਨੂੰ ਇਸ ਗੱਲ ਦਾ ਦੁੱਖ ਵੀ ਆ, ਪਰ ਇਹ ਆ ਕਿ ਜਦੋਂ ਕਿਤੇ ਸਮਾਂ ਕਿਤੇ ਮਹਾਰਾਜ ਬਖਸ਼ਣਗੇ ਤਾਂ ਜਿਹੜੇ ਮਨ ਦੇ ਵਿੱਚ ਮੰਗਾਂ ਆ ਉਹ ਜ਼ਰੂਰ ਪੂਰੀਆਂ ਕਰਿਆ। ਪਰ ਜਦੋਂ ਤੱਕ ਗੱਲ ਮੈਂ ਮੁੜ ਕੇ ਫੇਰ ਕਹਿਣਾ, ਜਦੋਂ ਤੱਕ ਸਾਡੀ ਪਬਲਿਕ ਮਤ ਦਾ ਦਾਨ ਕਰਨੀ ਨਹੀਂ ਸਿੱਖੂਗੀ, ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਣਾ। ਅਗਲਾ ਇੱਕ ਹੋਰ ਸਾਡੇ ਲਈ ਬਹੁਤ ਹੀ ਚਿੰਤਾਜਨਕ ਵਿਸ਼ਾ ਆ ਕਿ ਸਾਡੀ ਜਵਾਨੀ ਵੀ ਬਾਹਰ ਜਾ ਰਹੀ ਆ, ਸਾਡਾ ਪੈਸਾ ਵੀ ਬਾਹਰ ਜਾ ਰਿਹਾ। ਅਰਬਾਂ ਰੁਪਈਆ ਸਾਡੇ ਦੇਸ਼ ਵਿੱਚੋਂ ਜਾ ਰਿਹਾ, ਤੇ ਸਾਡੇ ਪੜ੍ਹੇ ਲਿਖੇ ਜਿਹੜੇ ਨੌਜਵਾਨ ਆ ਉਹ ਵਿਦੇਸ਼ਾਂ ਵਿੱਚ ਜਾ ਕੇ ਗੋਲਡ ਮੈਡਲਿਸਟ ਬਣ ਰਹੇ ਆ, ਬੜੇ ਵੱਡੀਆਂ ਮਤਲਬ ਜਿਹੜੀਆਂ ਉੱਥੇ ਡਿਗਰੀਆਂ ਪ੍ਰਾਪਤ ਕਰਕੇ ਆਪਣਾ ਨਾਂ ਰੋਸ਼ਨ ਕਰ ਰਹੇ ਆ। ਲੇਕਿਨ ਪੰਜਾਬ ਵਿੱਚੋਂ ਉਹ ਬਾਹਰ ਜਾ ਰਹੇ। ਇਸ ਕਰਕੇ ਉਸ ਜਵਾਨੀ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਕਿਉਂਕਿ ਉਹਦੇ ਲਈ ਰੋਕਣ ਲਈ 2-3 ਗੱਲਾਂ ਜਿਹੜੀਆਂ ਬੁਨਿਆਦੀ ਤੌਰ ਤੇ ਸਾਡੀਆਂ ਪੰਜਾਬ ਲਈ ਆ। ਨੰਬਰ 1, ਸਾਡਾ ਖੇਤੀ ਪ੍ਰਧਾਨ ਸੂਬਾ ਆ। ਨੰਬਰ 2 ਤੇ ਸਾਡਾ ਜਿਹੜਾ ਕੰਢੀ ਦਾ ਖੇਤਰ ਹੈ ਬਹੁਤ ਹੀ ਫਲ ਦੇਣ ਵਾਲਾ, ਇਹਦੇ ਵਿੱਚ ਬੜੇ ਫਲ ਪੈਦਾ ਹੁੰਦੇ ਆ, ਤਰ੍ਹਾਂ ਤੇ ਅੰਬ ਹੁੰਦੇ ਆ, ਅਨਾਰ ਹੁੰਦੇ ਆ, ਫਿਰ ਗਲਗਲਾਂ ਹੁੰਦੀਆਂ, ਨਿੰਬੂ ਆ, ਹੋਰ ਜਿਹੜੀਆਂ ਜਾਤੀ ਦੇ ਮਤਲਬ ਜਿਹੜੇ ਫਲ ਆ ਉਹ ਬਹੁਤ ਹੁੰਦੇ ਆ। ਇਸ ਕਰਕੇ ਜੇ ਸਰਕਾਰਾਂ ਚਾਹਣ
ਤੇ ਖੇਤੀ ਆਧਾਰਿਤ ਛੋਟੇ ਕਾਰਖਾਨੇ ਲਾ ਕੇ ਇੱਥੇ ਆਪਣੇ ਬੱਚਿਆਂ ਨੂੰ ਵਧੀਆ ਰੁਜ਼ਗਾਰ ਦਿੱਤਾ ਜਾ ਸਕਦਾ। ਜੇ ਛੋਟਾ ਕਾਰਖਾਨਾ ਜਿਹਦੇ ਵਿੱਚ 300-400 ਬੰਦਾ ਕੰਮ ਕਰਦਾ, ਉਹਦੇ ਨਾਲ ਘੱਟੋ ਘੱਟ 1000-1500 ਢੋਆ ਢੁਆਈ ਪੈਕਿੰਗ ਹੋਰ ਇੱਧਰ ਲੈ ਕੇ ਜਾਣਾ ਉਹ ਕੰਮ ਮਿਲਦਾ ਹੈ। ਇਸ ਕਰਕੇ ਜਦੋਂ ਲੋਕਾਂ ਨੂੰ ਵਧੀਆ ਤਨਖਾਹਾਂ ਮਿਲਣਗੀਆਂ, ਸਾਡੇ ਬੱਚਿਆਂ ਨੂੰ ਪੜ੍ਹਿਆ ਲਿਖਿਆ ਦੇ ਮੁਤਾਬਕ, ਉਹ ਬਾਹਰ ਜਾਣ ਦੀ ਨਹੀਂ ਸੋਚਣਗੇ, ਆਪਣੀ ਜਿਹੜੀ ਆ ਇੱਥੇ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰਨਗੇ। ਅਗਲਾ ਜਿਹੜਾ ਸਾਡੀ ਜਿਹੜੀ ਹੈਲਥ, ਸਾਡਾ ਸਿਹਤ ਸੇਵਾਵਾਂ ਆ, ਇਹਦਾ ਬਿਲਕੁਲ ਹੀ ਬੁਰੀ ਤਰ੍ਹਾਂ ਜਿਹੜਾ ਢਹਿ ਢੇਰੀ ਹੋ ਗਈਆਂ। ਆ ਕਰੋਨਾ ਵਾਇਰਸ ਵੇਲੇ ਵੀ ਲੋਕਾਂ ਨੇ ਦੇਖਿਆ ਵੀ ਸਾਡੀ ਜਿਹੜੀ ਹੈਲਥ ਸਿਸਟਮ ਹੈ ਬੁਰੀ ਤਰ੍ਹਾਂ ਦੇਸ਼ ਪੱਧਰ ਤੇ ਹੀ ਬਹੁਤ ਬੁਰੀ ਹਾਲਤ ਆ। ਇਸ ਕਰਕੇ ਲੋਕਾਂ ਨੂੰ ਉਹਨਾਂ ਦੀ ਸਿਹਤ ਦੀ ਰੱਖਿਆ ਕਰਨ ਵਾਸਤੇ ਜਿਹੜੀਆਂ ਇਹ ਹੈਲਥ ਸੇਵਾਵਾਂ ਬਹੁਤ ਜ਼ਰੂਰੀ ਆ ਸਰਕਾਰ ਲਈ। ਅਗਲਾ ਆ ਵੀ ਜੇ ਸਰਕਾਰ ਸਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦੀ ਆ ਜਾਂ ਗਰੀਬ ਲੋਕਾਂ ਦੇ ਬੱਚਿਆਂ ਨੂੰ ਉੱਪਰ ਚੁੱਕਣਾ ਚਾਹੁੰਦੀ ਆ, ਤੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਇਆ ਜਾਵੇ, ਉਹਨਾਂ ਵਿੱਚ ਟੀਚਰ ਪੂਰੇ ਲਾਏ ਜਾਣ, ਉਹਨਾਂ ਦੀਆਂ ਬਿਲਡਿੰਗਾਂ ਵਧੀਆ ਕੀਤੀਆਂ ਜਾਣ, ਬੱਚਿਆਂ ਨੂੰ ਮਤਲਬ ਜਿਹੜੀਆਂ ਉੱਥੇ ਸਹੂਲਤਾਂ ਦਿੱਤੀਆਂ, ਕਾਪੀਆਂ ਕਿਤਾਬਾਂ ਦਿੱਤੀਆਂ ਜਾਣ, ਤਾਂ ਜੋ ਸਾਡੇ ਬੱਚੇ ਉਹਨਾਂ ਸਕੂਲਾਂ ਵਿੱਚ ਪੜ੍ਹ ਕੇ ਪਹਿਲੇ ਸਮੇਂ 'ਚ ਜਿੰਨੇ ਵੀ ਵੱਡੇ ਵੱਡੇ ਲੋਕ ਅਫਸਰ ਬਣੇ, ਕੋਈ ਹੋਰ ਬਣੇ ਆ, ਉਹਨਾਂ ਸਕੂਲਾਂ 'ਚੋਂ ਪੜ੍ਹ ਕੇ ਬਣੇ। ਇਸ ਕਰਕੇ ਸਕੂਲਾਂ ਦਾ ਜਿਹੜਾ ਪ੍ਰਬੰਧ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਇਹ ਮੁੱਦੇ ਜਿਹੜੇ ਪੰਜਾਬ ਦੇ ਆ, ਜਾਂ ਪੰਜਾਬ ਦੀ ਕਿਸਾਨੀ ਦਾ ਮੁੱਦਾ ਆ, ਜਾਂ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਮਸਲੇ ਜਿਹੜੇ ਹੱਲ ਕਰਦਾ ਆ ਮਨਰੇਗਾ ਕਾਨੂੰਨ ਨੂੰ ਠੀਕ ਢੰਗ ਨਾਲ ਲਾਗੂ ਕਰਨਾ, ਇਹ ਨਹੀਂ ਉਭਾਰੇ ਜਾ ਰਹੇ। ਤੇ ਨਾ ਰੁਜ਼ਗਾਰ ਦੀ ਗੱਲ ਹੀ ਕੀਤੀ ਜਾ ਰਹੀ ਵੀ ਅਸੀਂ ਰੁਜ਼ਗਾਰ ਦੇਣਾ। ਹੋਰ ਮੁੱਦੇ ਲੋਕਾਂ ਦੇ ਉਭਾਰ ਕੇ ਲੋਕਾਂ ਨੂੰ ਭਰਮਾ ਕੇ ਇਹ ਪਾਰਟੀਆਂ ਵੋਟਾਂ ਪਾਉਣੀਆਂ ਚਾਹੁੰਦੀਆਂ। ਅਸੀਂ ਸਮਝਦੇ ਹਾਂ ਵੀ ਜਿਹੜੇ ਲੋਕ ਪੰਜਾਬ ਦੇ ਅੰਦਰ ਇਹਨਾਂ ਮੁੱਦਿਆਂ ਦੇ ਉੱਤੇ ਖੜੇ ਹੋਣਗੇ, ਜਿਹੜੇ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾਣਗੇ, ਜਿਹੜੇ ਲੋਕ ਇਹ ਵਾਅਦਾ ਕਰਨਗੇ ਲੋਕਾਂ ਨਾਲ ਵੀ ਅਸੀਂ ਪਹਿਲਾਂ ਅਸੀਂ ਰੁਜ਼ਗਾਰ ਦਿਆਂਗੇ, ਵਿੱਦਿਆ ਦਿਆਂਗੇ, ਸਿਹਤ ਸੇਵਾਵਾਂ ਦਿਆਂਗੇ, ਔਰ ਅਸੀਂ ਸਾਡੇ ਸਾਧਨ ਹੋਣਗੇ। ਇਹ ਵੀ ਇੱਕ ਬੜਾ ਸਵਾਲ ਹੈ ਵੀ ਉਹ ਜਿਹੜੇ ਦੇਣੇ ਆ ਉਹਦੇ ਸਾਧਨ ਕੀ ਹੋਣ, ਤੁਹਾਡੇ ਕੋਲ ਕਿੱਧਰੋਂ ਤੁਸੀਂ ਪੈਸਾ ਲਿਆਉਣਾ। ਇਹ ਸਾਰਾ ਕੁਝ ਜਿਹੜੀਆਂ ਧਿਰਾਂ ਕਰਨਗੀਆਂ, ਉਹਨਾਂ ਧਿਰਾਂ ਨੂੰ ਮਤਲਬ ਜਿਹੜੀ ਆ ਅੱਗੇ ਲਿਆਉਣਾ ਚਾਹੀਦਾ। ਇਹ ਜਿਹੜੀਆਂ ਪਰਖੀਆਂ ਹੋਈਆਂ ਧਿਰਾਂ ਆ, ਇਹਨਾਂ ਧਿਰਾਂ ਦੇ ਲਾਰਿਆਂ ਵਿੱਚ ਲੋਕਾਂ ਨੂੰ ਨਹੀਂ ਆਉਣਾ ਚਾਹੀਦਾ। ਕੀ ਚਾਹੁੰਦਾ ਪੰਜਾਬ, ਲੱਭੀਏ ਇਹੋ ਜਵਾਬ ਦੇ ਵਿੱਚ ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਲੋਕ ਸਿਆਸੀ ਪਾਰਟੀਆਂ ਔਰ ਆਪਣੇ ਨੁਮਾਇੰਦਿਆਂ ਤੋਂ ਕੀ ਚਾਹੁੰਦੇ ਨੇ, ਕੀ ਮੰਗਾਂ ਨੇ, ਕੀ ਡਿਮਾਂਡਾਂ ਨੇ, ਉਹ ਸਾਰੀ ਗੱਲਬਾਤ ਜਾਰੀ ਰੱਖਾਂਗੇ। ਵਕਤ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਪ੍ਰੋਗਰਾਮ ਕੀ ਚਾਹੁੰਦਾ ਪੰਜਾਬ ਦੇ ਵਿੱਚ ਆਵਾਮ ਸੱਚਮੁੱਚ ਜਾਗਰੂਕ ਹੋ ਚੁੱਕੀ ਹੈ, ਤੇ ਉਸੇ ਜਾਗਰੂਕਤਾ ਦੇ ਵਿੱਚੋਂ ਲੋਕ ਚੋਣਾਂ ਜਦੋਂ ਨੇੜੇ ਆਉਂਦੀਆਂ ਨੇ ਤਾਂ ਉਦੋਂ ਫਿਰ ਆਪਣੇ ਸਵਾਲ ਚੁੱਕਦੇ ਆ। ਤਾਂ ਆਓ ਸਵਾਲਾਂ ਦੇ ਇਹਨਾਂ ਸਿਲਸਿਲਿਆਂ ਨੂੰ ਅੱਗੇ ਵਧਾਉਂਦੇ ਹਾਂ ਤੇ ਜੁੜਦੇ ਹਾਂ ਇਸ ਪ੍ਰੋਗਰਾਮ ਦੇ ਨਾਲ, ਜਿਸ ਦਾ ਨਾਮ ਹੈ ਕੀ ਚਾਹੁੰਦਾ ਪੰਜਾਬ। ਵਿੱਚ 10 ਕਦਮ ਚਲੋ, ਮੈਂ ਤੁਹਾਨੂੰ ਗਲੀਆਂ ਦਿਖਾਣਾ ਜੋ ਤੇ ਹਾਲਾਤ ਨੇ। ਬਹੁਤ ਵਿਕਾਸ ਹੋਇਆ ਜੀ। ਕੋਈ ਕਹਿ ਰਿਹਾ ਜੀ ਮੈਂ ਆਪਣੇ ਐਮਐਲਏ ਸਾਹਿਬ ਕਹਿੰਦੇ 450 ਕਰੋੜ ਰੁਪਏ ਦਾ ਵਿਕਾਸ ਕਰਤਾ। ਮੈਂ ਪਹਿਲਾਂ ਵੀ ਇਹਨਾਂ ਨੂੰ ਪੁੱਛਿਆ ਵੀ ਉਹ 450 ਕਰੋੜ ਰੁਪਇਆ ਕਿੱਥੇ ਲੱਗਿਆ, ਲੋਕਾਂ ਨੂੰ ਦੱਸਦੇ ਦਿਓ। ਮੇਰਾ ਆਪਣਾ ਵਾਰਡ ਹੈ 21 ਨੰਬਰ ਵਾਰਡ, ਉਹਦੇ ਵਿੱਚ 2 ਰੁਪਏ ਦਾ ਕੰਮ ਨਹੀਂ ਹੋਇਆ, ਔਰ ਜਾਣਬੁੱਝ ਕੇ ਨਹੀਂ ਕੀਤਾ ਇਹਨਾਂ ਨੇ। ਇਹ ਵਿਕਾਸ ਕੀ ਕਰ ਰਹੇ ਨੇ ਕਿ ਜਿੱਥੇ ਬੀਜੇਪੀ ਦਾ ਵਾਰਡ ਹੈ ਉੱਥੇ ਕੰਮ ਨਹੀਂ ਹੋਣਾ, ਜਿੱਥੇ ਮੇਰਾ ਵਾਰਡ ਹੈ ਜਾਂ ਆਮ ਆਦਮੀ ਪਾਰਟੀ ਦਾ ਜਾਂ ਜਿਹੜੇ ਇਹਨਾਂ ਦੇ ਕਾਂਗਰਸ ਦੇ ਵਿਰੋਧੀ ਲੋਕ ਨੇ ਉਹਨਾਂ ਦਾ ਵਾਰਡ ਹੈ ਉੱਥੇ ਕੰਮ ਨਹੀਂ ਹੋਣਾ। ਇਹੋ ਜਿਹਾ ਵਿਕਾਸ ਕਰ ਰਹੇ ਨੇ, ਪਿਕ ਐਂਡ ਚੂਜ਼। ਦੂਸਰੀ ਗੱਲ ਇਹ, ਜਦੋਂ ਇਹ ਆਏ ਸੀਗੇ ਪਠਾਨਕੋਟ ਦੇ ਵਿੱਚ, ਇਹਨਾਂ ਨੇ ਬਹੁਤ ਵੱਡੇ ਸੁਪਨੇ ਜਿਹੜੇ ਆ ਉਹ ਵੇਚੇ। ਪਠਾਨਕੋਟ ਦੇ ਵਿੱਚ ਇੱਥੇ ਟ੍ਰੈਫਿਕ ਦੀ ਸਮੱਸਿਆ ਇਹਨਾਂ ਨੇ ਸਭ ਤੋਂ ਪਹਿਲੇ ਆਉਂਦੇ ਕਿਹਾ ਸੀਗੀ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਹੱਲ ਕਰ ਦਿੱਤੀ ਜਾਏਗੀ। ਇਹ ਛੋਟੀ ਜਿਹੜੀ ਰੇਲਵੇ ਲਾਈਨ ਹੈ ਇਹ ਸਟੇਸ਼ਨ ਹੀ ਪੁੱਟ ਕੇ ਅਸੀਂ ਅੱਗੇ ਲੈ ਜਾਵਾਂਗੇ ਕਿਨਾਂ ਦਾ ਇੱਥੋਂ ਕੋਈ 10 ਕਿਲੋਮੀਟਰ ਪਰੇ। ਮਤਲਬ ਉਹੋ ਜਿਹੀਆਂ ਗੱਲਾਂ ਕੀਤੀਆਂ ਜਿਹੜੀਆਂ ਇਹਨਾਂ ਦੀ ਬੱਸ ਦੇ ਵਿੱਚ ਹੈ ਵੀ ਨਹੀਂ ਸੀਗੀਆਂ। ਔਰ ਕੰਮ ਕਿਤੇ ਹੁੰਦਾ ਹੋਏ, ਕੰਮ ਦੀਨਾਨਗਰ ਹੁੰਦਾ ਹੈ, ਕੰਮ ਗੁਰਦਾਸਪੁਰ ਹੁੰਦਾ ਹੈ, ਉੱਥੇ ਜਾ ਕੇ ਵਿੱਚ ਖਲੋ ਜਾਂਦੇ ਨੇ। ਸੁਜਾਨਪੁਰ ਹਲਕੇ 'ਚ ਕੰਮ ਕਰਦਾ ਹੁੰਦਾ ਹੋਏ ਉੱਥੇ ਜਾ ਕੇ ਖਲੋ ਜਾਂਦੇ, ਇਹ ਕੰਮ ਮੈਂ ਕਰਾਇਆ। ਇੱਥੇ ਪਠਾਨਕੋਟ ਏਅਰਪੋਰਟ ਬੰਦ ਸੀਗਾ। ਉਡਾਨ ਸਕੀਮ ਦੇ ਤਹਿਤ ਸੈਂਟਰ ਗੌਰਮੈਂਟ ਨੇ ਇੱਕ ਸਕੀਮ ਚਲਾਈ ਕਿ ਜਿਹੜੇ ਛੋਟੇ ਸ਼ਹਿਰ ਨੇ ਜਿੱਥੋਂ ਜਹਾਜ਼ ਜਿਹੜਾ ਆ ਉਹ ਬੰਦ ਹੋ ਚੁੱਕਿਆ ਲੋਕਾਂ ਦਾ ਵਾਸਤੇ, ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਏ। ਔਰ ਇਹ ਸ਼੍ਰੀਮਾਨ ਜੀ ਨੇ ਉੱਥੇ ਜਾ ਕੇ ਕਿਹਾ ਜੀ ਉਡਾਨ ਸਕੀਮ ਵੀ ਮੇਰੀ ਹੈ। ਹਾਂਜੀ, ਇੱਥੇ 2 ਇੰਜਣ ਆਏ ਸੀਗੇ ਮੇਰੇ ਖਿਆਲ ਉਹਦੇ ਰੇਲਵੇ ਦੇ, ਛੋਟੀ ਰੇਲਵੇ ਲਾਈਨ ਦੇ, ਉਹ ਇੰਜਣ ਵੀ ਇਹੀ ਲੈ ਕੇ ਆਏ। ਮਤਲਬ ਇਹ ਗੱਲਾਂ ਇੱਦਾਂ ਕਰਦੇ ਨੇ ਵੀ ਜਿੱਦਾਂ ਪਤਾ ਨਹੀਂ ਇਹਨਾਂ ਨੂੰ ਕਿਸੇ ਨੇ ਪ੍ਰਧਾਨ ਮੰਤਰੀ ਲਾਤਾ ਦੇਸ਼ ਦਾ, ਕਿ ਸਾਰੇ ਕੰਮ ਇਹ ਜਿਹੜੇ ਫਟਾਫਟ ਇਹ ਕਰਤਾ ਉਹ ਕਰਤਾ। ਪਠਾਨਕੋਟ ਦੇ ਲੋਕ ਇਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਆ
ਕਿ 450 ਕਰੋੜ ਰੁਪਈਆ ਅਗਰ ਤੁਸੀਂ ਲਾਇਆ ਤੇ ਕਿੱਥੇ ਲਾਇਆ, ਉਹਦਾ ਹਿਸਾਬ ਜਿਹੜਾ ਜਨਤਾ ਪੁੱਛਦੀ ਹੈ। ਸਰ ਕੀ ਕਹੋਗੇ, ਜਿਹੜੀ ਇਲੈਕਸ਼ਨ ਆ ਰਹੀ ਹੈ, ਰਾਜਨੀਤਿਕ ਪਾਰਟੀਆਂ ਸਾਰੇ ਵਾਅਦੇ ਦਾਅਵੇ ਕਰ ਰਹੀਆਂ ਨੇ, ਕੀ ਰਹਿ ਗਿਆ, ਕੀ ਹੋਣਾ ਚਾਹੀਦਾਗਾ? ਮੇਰੇ ਅਨੁਸਾਰ ਜਿਹੜਾ ਰਾਜਨੀਤੀ 'ਚ ਜਿਹੜੇ ਰਾਜਨੀਤੀਵਾਨ ਨੇ ਇਸ ਟਾਈਮ, ਉਹਨਾਂ ਨੂੰ ਪਬਲਿਕ ਮੁੱਦੇ ਇਹ ਉਠਾਉਣੇ ਚਾਹੀਦੇ ਨੇ ਵੀ ਅਸੀਂ ਆਹ ਕੁਝ ਕੀਤਾ ਤੇ ਅੱਗੇ ਜਿਹੜਾ ਰਹਿ ਗਿਆ ਆਹ ਕੁਝ ਕਰਾਂਗੇ ਅਸੀਂ। ਲੇਕਿਨ ਉਹਨਾਂ ਮੁੱਦਿਆਂ ਤੋਂ ਸਾਰੀ ਰਾਜਨੀਤੀਆਂ ਪਾਰਟੀਆਂ ਭੱਜ ਗਈਆਂ ਇਹਨਾਂ ਤੋਂ। ਕੋਈ ਵੀ ਨਿੱਜੀ ਹਮਲੇ ਜ਼ਿਆਦਾ ਹੋ ਰਹੇ ਨੇ, ਆਮ ਪਬਲਿਕ ਦੇ ਮੁੱਦੇ ਨਹੀਂ ਉਠਾਏ ਜਾ ਰਹੇ। ਡਿਵੈਲਪਮੈਂਟ ਦੇ ਮੁੱਦੇ ਨੇ, ਕਰਪਸ਼ਨ ਦੇ ਮੁੱਦੇ ਨੇ, ਤੇ ਐਜੂਕੇਸ਼ਨ ਦੇ ਲਾ ਲਓ, ਕੁਝ ਵੀ ਅਨਐਮਪਲੋਇਮੈਂਟ ਦੇ ਮੁੱਦੇ ਨੇ। ਜਿਹੜੇ ਮੇਨ ਮੁੱਦੇ ਨੇ ਉਹਨਾਂ ਤੋਂ ਧਿਆਨ ਕਨਵਰਟ ਕਰਕੇ ਨਿੱਜੀ ਮੁੱਦੇ ਜ਼ਿਆਦਾ ਉਠਾਏ ਜਾ ਰਹੇ ਨੇ। ਯਾਨੀ ਕਿ ਹੋਣੇ ਚਾਹੀਦੇ ਨੇ ਮੇਨ ਮੁੱਦੇ ਇਹ ਹੋਣੇ ਚਾਹੀਦੇ ਨੇ ਵੀ ਪਬਲਿਕ ਜਿਹੜੀ ਹੈ ਕੋਈ ਹਰਾਸਮੈਂਟ ਨਾ ਹੋਵੇ। ਉਹਨਾਂ ਨੂੰ ਅਸੀਂ ਨੌਜਵਾਨ ਯੂਥ ਨੂੰ ਅਸੀਂ ਰੁਜ਼ਗਾਰ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰੀਏ। ਕਿਸ ਢੰਗ ਨਾਲ ਯੂਥ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ, ਉਹ ਆਪਣਾ ਇਨਕਮ ਸੋਰਸ ਪੈਦਾ ਹੋਣੇ ਚਾਹੀਦੇ ਨੇ। ਇਨਕਮ ਸੋਰਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ, ਲੇਕਿਨ ਸਿਰਫ ਤੇ ਸਿਰਫ ਵਾਅਦੇ ਕੀਤੇ ਜਾ ਰਹੇ ਨੇ। ਉਹਨਾਂ ਨੂੰ ਪੂਰਾ ਕਰਨਾ ਕਿਵੇਂ ਕਰਨਾ ਹੈ, ਉਹਨਾਂ ਦੇ ਇਨਕਮ ਸੋਰਸ ਕਿੱਥੋਂ ਪੈਦਾ ਹੋਣਗੇ, ਕਿਸ ਢੰਗ ਨਾਲ ਹੋਣਗੇ, ਉਹਨਾਂ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਜਾ ਰਿਹਾ। ਆ ਗਏ ਕੈਪਟਨ ਜੀ, ਉਤਰ ਗਏ ਸੀਗੇ, ਉਹ ਵੀ ਵਾਅਦੇ ਵਧੀਆ ਕਰ ਰਹੇ ਨੇ, ਐਲਾਨ ਵੀ ਕਰ ਰਹੇ ਨੇ। ਵਾਅਦੇ ਲੇਕਿਨ ਕੀਤੇ ਜਾ ਰਹੇ ਨੇ, ਲੇਕਿਨ ਇੰਪਲੀਮੈਂਟ ਜਿਹੜਾ ਹੈਗਾ ਉਹ ਨਾ ਹੋ ਨਹੀਂ ਰਿਹਾ। ਕਿਹੜੀ ਲੱਗਦਾ ਇਸ ਵਾਰ, ਕੀ ਲੱਗਦਾਗਾ ਤੁਹਾਨੂੰ, ਲੋਕ ਕਿਸ ਮੁੱਦਿਆਂ ਤੇ ਵੋਟ ਪਾਉਣਗੇ, ਕੀ ਤੇ ਵਿਸ਼ਵਾਸ ਕਰਨਗੇ? ਕਿਉਂਕਿ ਪਾਰਟੀਆਂ ਬਹੁਤ ਹੋ ਗਈਆਂ। ਪਾਰਟੀਆਂ ਬਹੁਤ ਹੋ ਗਈਆਂ। ਇੱਕ ਗੱਲ ਇਹ ਹੈ ਨਾ ਵੀ ਪੰਜਾਬ ਦੀ ਇਸ ਟਾਈਮ ਇਨਕਮ ਸੋਰਸ ਜਿਹੜਾ ਉਹ ਖਤਮ ਹੋ ਚੁੱਕਾ ਹੈ। ਇਹਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਝੂਠੇ ਵਾਅਦੇ ਜਿਹੜੇ ਨੇ ਦੇ ਕੇ ਸਬਸਿਡੀਆਂ ਦੇਵਾਂਗੇ ਜੀ, ਅਸੀਂ ਆਹ ਫ੍ਰੀ ਚੀਜ਼ ਤਾਂ ਕੋਈ ਵੀ ਨਹੀਂ ਹੋਣੀ ਚਾਹੀਦੀ, ਲੇਕਿਨ ਹੋਣੀ ਚਾਹੀਦੀ ਹੈ ਸਿਰਫ ਉਹਨੂੰ ਰੇਟ ਘੱਟ ਜ਼ਰੂਰ ਹੋ ਸਕਦਾ। ਡਿਵੈਲਪਮੈਂਟ ਵਾਸਤੇ ਇਕਨੋਮਿਕਸ ਦਾ ਲਾਅ ਹੈ ਵੀ ਉਹਨੂੰ ਮੁਫਤ ਚੀਜ਼ ਨਾ ਦਿੱਤੀ ਜਾਵੇ, ਉਹਨਾਂ ਨੂੰ ਘੱਟ ਰੇਟ ਤੇ ਜ਼ਰੂਰ ਪ੍ਰੋਵਾਈਡ ਕੀਤਾ ਜਾ ਸਕਦਾ। ਮੈਂ ਤਾਂ ਜੀ ਕੀ ਗੱਲ ਕਹਿਣਾ ਚਾਹੂੰਗਾ ਜੀ, ਕਿਹੜੀ ਮਰਜ਼ੀ ਪਾਰਟੀ ਆਵੇ, ਸਾਡੇ ਦੋ ਮੁੱਦੇ ਨੇ ਜੀ, ਇੱਕ ਨਸ਼ੇ ਦਾ, ਇੱਕ ਬੇਰੁਜ਼ਗਾਰੀ ਦਾ। ਇਹ ਦੋ ਮੁੱਦਿਆਂ ਦਾ ਕੋਈ ਹਿੱਲਾ ਕਰਦੀ ਹੈ ਸਰਕਾਰ, ਕੋਈ ਵੀ ਪਾਰਟੀ ਜਿੱਤਦੀ ਹੈ ਤਾਂ ਆਉਣ ਵਾਲੀ ਸੱਤਾ ਦੇ ਵਿੱਚ ਉਹਨੂੰ 20-25 ਸਾਲ ਕੋਈ ਹਰਾ ਨਹੀਂ ਸਕਦਾ ਹੈਗਾ ਜੀ। ਤੇ ਰਹੀ ਗੱਲ ਦੂਜੀ, ਅੱਜ ਕੱਲ੍ਹ ਜਿਹੜਾ ਚੱਲ ਰਿਹਾ ਜੀ ਟ੍ਰੈਂਡ, ਮੈਂ ਵੀ ਵਾਅਦੇ ਕਰੀ ਜਾਂਦੇ ਨੇ 300 ਯੂਨਿਟ ਦੇ ਦਾਂਗੇ, ਸਾਨੂੰ ਕੋਈ ਉਲਟਾ ਨਾਲ ਕੋਈ ਮਤਲਬ ਨਹੀਂ ਹੈਗਾ। ਸਾਨੂੰ ਰੁਜ਼ਗਾਰ ਦਿਓ, ਅਸੀਂ ਆਪ ਬਿੱਲ ਭਰਾਂਗੇ, ਸਾਨੂੰ ਲੋੜ ਹੀ ਨਹੀਂ ਹੈਗੀ ਕਿਸੇ ਕਣੀ ਝਾਕਣ ਦੀ। ਕਣਕ ਦਾਲ ਆ ਜਿਹੜੀ ਕਹਿੰਦੇ ਨੇ ਜੀ ਅਸੀਂ ਫ੍ਰੀ ਦਿੰਦੇ ਹਾਂ, ਲੋੜ ਨਹੀਂ ਸਾਨੂੰ ਇਹਨਾਂ ਦੀ ਫ੍ਰੀ ਚੀਜ਼ ਦੀ। ਸਾਨੂੰ ਸਰਕਾਰ ਪੈਸੇ ਲਵੇ ਪਰ ਸਾਨੂੰ ਰੁਜ਼ਗਾਰ ਦੇਵੇ, ਜਿਹੜਾ ਸਾਡੇ ਤੋਂ ਕੰਮ ਲਵੇ। ਜਿਹੜੇ ਅਸੀਂ ਬੇਰੁਜ਼ਗਾਰ ਬੈਠੇ ਹਾਂ, ਆਹ ਮੇਰੇ ਨਾਲ ਦੇ ਮੁੰਡੇ ਬੈਠੇ ਨੇ, ਅਸੀਂ ਸਵੇਰੇ ਰੋਟੀਆਂ ਖਾਣ ਲੱਗ ਰਿਹਾ। ਮੇਰੇ ਨਾਲ ਦਾ ਮੁੰਡਾ ਜੀ ਸਵੇਰੇ ਆ ਜਾਂਦੇ ਹਾਂ ਤੇ ਸ਼ਾਮ ਨੂੰ ਘਰੇ ਜਾਂਦੇ ਹਾਂ। ਅਸੀਂ 300-400 ਰੁਪਏ ਦਿਹਾੜੀ ਬਣਦੀ ਹੈ ਬਹੁਤ ਮੁਸ਼ਕਿਲ ਨਾਲ। ਸਾਨੂੰ ਕੋਈ ਪੱਕਾ ਕੋਈ ਰੁਜ਼ਗਾਰ ਦੇਣ ਤਾਂ ਅਸੀਂ ਕੋਈ ਨਾ ਕੋਈ ਡਿਵੈਲਪਮੈਂਟ ਹੋਵੇ ਉਰੇ ਕਿਸੇ ਨਾ ਕਿਸੇ ਚੀਜ਼ ਦੀ। ਸਰਕਾਰ ਵਾਅਦੇ ਕਰ ਰਹੇ ਨੇ, ਪਹਿਲਾਂ ਕੈਪਟਨ ਸਾਹਿਬ 4.5 ਸਾਲ ਰਹਿ ਗਏ, ਫੇਲ ਹੈ ਜੀ, ਫੇਲ ਨਹੀਂ ਉਹ ਤਾਂ ਕਹਿੰਦੇ ਮੈਂ ਨੋਟੀਫਿਕੇਸ਼ਨ ਵੀ ਕਰ ਰਿਹਾ ਸਾਰਾ ਕੁਝ। ਮੈਂ ਕਹਿਣਾ ਜੀ ਲੋਲੀਪੌਪ ਨੇ ਜੀ, ਪਹਿਲਾਂ ਅਸੀਂ 4.5 ਸਾਲ ਸੁਣਦੇ ਰਹੇ ਹਾਂ, ਹੁਣ 2 ਮਹੀਨੇ ਹੋ ਗਏ ਉਹਨਾਂ ਤੋਂ ਸੁਣੀ ਜਾਂਦੇ ਹਾਂ। ਬਾਦਲ ਸਾਹਿਬ ਬਾਰੇ ਕੀ ਕਹੋਗੇ? ਬਾਦਲ ਸਾਹਿਬ ਜੀ ਦੇਖੋ, ਮੈਨੂੰ ਤਾਂ ਨਹੀਂ ਲੱਗਦਾ ਜੀ ਉਹਨਾਂ ਦਾ ਕੋਈ ਹੁਣ ਇਸ ਵਜੂਦ ਦੇ ਵਿੱਚ ਕੋਈ ਹੈਗਾ, ਕਿਉਂਕਿ ਉਹਨਾਂ 10 ਸਾਲ ਦੇ ਵਿੱਚ ਜੋ ਪੰਜਾਬ ਨੂੰ ਲੁੱਟਿਆ ਕਸੁੱਟਿਆ ਉਹ ਸਭ ਨੂੰ ਜੱਗ ਜ਼ਾਹਿਰ ਹੈ। ਚਿੱਟਾ ਲਿਆਉਣ ਵਾਲੇ ਜਾਂ ਕੋਈ ਉਰੇ ਬਾਹਰਲੀਆਂ ਕੰਪਨੀਆਂ ਦੇ ਜਿਹੜੇ ਕੰਟਰੈਕਟ ਸੀ, ਹੁਣ ਬਿਜਲੀ ਮਹਿੰਗੀ ਇਹਨਾਂ ਦੇ ਕਰਕੇ ਹੋਈ ਹੈ, ਨਹੀਂ ਹੁੰਦੀ ਨਹੀਂ ਸੀਗੀ। ਮੈਂ ਤਾਂ ਇਹੀ ਗੱਲ ਕਹਿਣਾ ਚਾਹੂੰਗਾ, ਹੁਣ ਸਾਡੇ ਜਿਹੜੇ ਲੋਕ ਨੇ ਉਹ ਪੜ੍ਹੇ ਲਿਖੇ ਨੇ, ਜਿਹੜੀ ਵੀ ਜਿਹਨੂੰ ਵੀ ਚੁਣਨਗੇ, ਮੈਂ ਇਹ ਨਹੀਂ ਗੱਲ ਕਹਿੰਦਾ ਵੀ ਚਾਹੀਦੀ ਉਹ ਦੁਬਾਰੇ ਅਕਾਲੀ ਦਲ ਆ ਜੇ ਜਾਂ ਕਾਂਗਰਸ ਆ ਜੇ ਜਾਂ ਆਮ ਆਦਮੀ ਪਾਰਟੀ ਆ ਜੇ ਜਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਅੱਜ ਕੱਲ੍ਹ ਢੀਂਡਸਾ ਸਾਹਿਬ ਉਹਨਾਂ ਨੇ ਬਣਾਇਆ ਹੈ, ਕਿ ਕੋਈ ਮਰਜ਼ੀ ਪਾਰਟੀ ਆਵੇ, ਪਰ ਲੋਕ ਹੁਣ ਅਵੇਅਰਨੈਸ ਨੇ ਜੀ ਥੋੜ੍ਹਾ ਜਿਹਾ ਵੋਟ ਜਿਹੜੀ ਦੇਣਗੇ ਬੜੀ ਸਮਝ ਸੋਚ ਕੇ ਦੇਣਗੇ। ਕੀ ਚਾਹੁੰਦਾ ਪੰਜਾਬ, ਲੱਭੀਏ ਇਹੋ ਜਵਾਬ ਦੇ ਵਿੱਚ ਵਕਤ ਇੱਕ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਲੋਕ ਸਿਆਸੀ ਪਾਰਟੀਆਂ ਔਰ ਆਪਣੇ ਨੁਮਾਇੰਦਿਆਂ ਤੋਂ ਕੀ ਚਾਹੁੰਦੇ ਨੇ, ਕੀ ਮੰਗਾਂ ਨੇ, ਕੀ ਡਿਮਾਂਡਾਂ ਨੇ, ਉਹ ਸਾਰੀ ਗੱਲਬਾਤ ਜਾਰੀ ਰੱਖਾਂਗੇ। ਵਕਤ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ। ਪ੍ਰੋਗਰਾਮ ਕੀ ਚਾਹੁੰਦਾ ਪੰਜਾਬ ਦੇ ਵਿੱਚ ਆਵਾਮ ਸੱਚਮੁੱਚ ਜਾਗਰੂਕ ਹੋ ਚੁੱਕੀ ਹੈ ਤੇ ਉਸੇ ਜਾਗਰੂਕਤਾ ਦੇ ਵਿੱਚੋਂ ਲੋਕ ਚੋਣਾਂ ਜਦੋਂ ਨੇੜੇ ਆਉਂਦੀਆਂ ਨੇ ਤਾਂ ਉਦੋਂ ਫਿਰ ਆਪਣੇ ਸਵਾਲ ਚੁੱਕਦੇ ਆ। ਤਾਂ ਆਓ ਸਵਾਲਾਂ ਦੇ ਇਹਨਾਂ ਸਿਲਸਿਲਿਆਂ ਨੂੰ ਅੱਗੇ ਵਧਾਉਂਦੇ ਤੇ ਜੁੜਦੇ ਹਾਂ ਇਸ ਪ੍ਰੋਗਰਾਮ ਦੇ ਨਾਲ, ਜਿਸ ਦਾ ਨਾਮ ਹੈ ਕੀ ਚਾਹੁੰਦਾ ਪੰਜਾਬ। ਪਹਿਲਾਂ ਤਾਂ ਗੱਲ ਇਹ ਹੈ ਕਿ ਮੈਂ ਛੋਟਾ ਦੁਕਾਨਦਾਰ ਹਾਂ ਇੱਕ, ਤੇ ਦੁਕਾਨਦਾਰਾਂ ਦੇ ਜੇ ਹਿਸਾਬ ਨਾਲ ਵੇਖਿਆ ਜਾਵੇ ਤੇ ਹੁਣ ਤੱਕ ਜਦੋਂ ਦੀ ਮੈਂ ਹੋਈ ਸੰਭਾਲੀ 15 ਸਾਲ ਹੋ ਗਏ ਜੀ ਮੈਨੂੰ ਕੰਮ ਕਰਦਿਆਂ ਨੂੰ, ਤੇ ਪਿਛਲੇ 15 ਸਾਲਾਂ ਦੇ ਵਿੱਚ ਵੀ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਕੋਈ ਛੋਟੇ ਦੁਕਾਨਦਾਰ ਬਾਰੇ ਕੋਈ ਨਹੀਂ ਸੋਚਿਆ।
ਸਾਰੇ ਜਿਹੜੇ ਆ ਉਹ ਲਾਰੇ ਹੀ ਲਾ ਕੇ ਜਾਂਦੇ ਦੁਕਾਨਦਾਰਾਂ ਨੂੰ ਕਿ ਤੁਹਾਨੂੰ ਆਹ ਦੇ ਦਾਂਗੇ ਤੇ ਆਹ ਦੇ ਦਾਂਗੇ। ਤੇ ਜਿਹੜਾ ਇਹ ਹੈ ਕਿ ਮਤਲਬ ਆਪਾਂ ਇਹ ਵੀ ਸੋਚ ਸਕਦੇ ਹਾਂ ਕਿ ਕੁਛ ਇੱਕ ਵਰਗ ਨੂੰ ਖੁਸ਼ ਕਰਨ ਵਾਸਤੇ ਦੁਕਾਨਦਾਰਾਂ ਉੱਤੇ ਬੋਝ ਪਾ ਦਿੰਦੇ ਆ। ਸਾਰੇ ਕਿਸਮ ਦਾ ਟੈਕਸ ਜਿਹੜਾ ਵਾ ਉਹ ਦੁਕਾਨਦਾਰਾਂ ਨੂੰ ਦੇਣਾ ਪੈਂਦਾ ਵਾ। ਹੋਰ ਤੇ ਕਿਸੇ ਕਿਸਮ ਦਾ ਕੋਈ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਨੂੰ ਕੋਈ ਆਮਦਨ ਹੈਗੀ ਹੈ ਵਪਾਰੀਆਂ ਤੋਂ ਬਗੈਰ, ਪਰ ਨਿਚੋੜਿਆ ਵੀ ਸਭ ਤੋਂ ਜ਼ਿਆਦਾ ਵਪਾਰੀ ਜਾਂਦਾ ਜੀ। ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪਹਿਲਾਂ ਤੇ ਚੋਣ ਕਮਿਸ਼ਨ ਨੂੰ ਇਹ ਚਾਹੀਦਾ ਵਾ ਕਿ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਵਾ, ਲੋਕਾਂ ਨੂੰ ਇਹ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਵਾ, ਤੇ ਜੇ ਉਹ ਵਾਅਦੇ ਨਹੀਂ ਪੂਰੇ ਕਰਦੀਆਂ ਆਪਣੇ 5 ਸਾਲਾਂ ਦੇ ਵਿੱਚ, ਤੇ ਉਸ ਪਾਰਟੀ ਨੂੰ ਅਗਲੇ ਸਾਲ ਅਗਲੀ ਵਾਰੀ ਇਲੈਕਸ਼ਨ ਲੜਨ ਦੀ ਅਨੁਮਤੀ ਨਹੀਂ ਦੇਣੀ ਚਾਹੀਦੀ ਕਿ ਉਹ ਤੇ ਆਪਣੇ ਪਹਿਲੇ ਵਾਅਦੇ ਨਹੀਂ ਪੂਰੇ ਕਰ ਸਕੇ। ਹੁਣ ਕੈਪਟਨ ਸਾਹਿਬ ਨੇ ਸਮਾਰਟਫੋਨ ਵੰਡਣ ਦੀ ਗੱਲ ਕੀਤੀ, ਘਰ ਘਰ ਨੌਕਰੀ ਦੀ ਗੱਲ ਕੀਤੀ ਆ, ਨਾ ਕਿਸੇ ਨੂੰ ਨੌਕਰੀ ਮਿਲੀ, ਨਾ ਕਿਸੇ ਨੂੰ ਫੋਨ ਮਿਲਿਆ, ਨਾ ਕਿਸੇ ਨੂੰ ਕਾਰੋਬਾਰ ਮਿਲਿਆ ਕੋਈ। ਕਰੋਨਾ ਕਾਲ ਦੇ ਵਿੱਚ ਜਿਹੜਾ ਦੁਕਾਨਦਾਰ ਆ, ਜਿੰਨਾ ਦੁਕਾਨਦਾਰਾਂ ਨੂੰ ਕਸ਼ਟ ਝੱਲਣਾ ਪਿਆ ਵਾ, ਆਪਣੇ ਬੰਦਿਆਂ ਦੀਆਂ ਤਨਖਾਹਾਂ ਕੱਢਣੀਆਂ ਪਈਆਂ, ਕੰਮਕਾਰ ਕਿੰਨੇ ਔਖੇ ਹੋ ਕੇ ਕੱਢਣੇ ਪਏ ਆ, ਕਰਜ਼ੇ ਲਿਮਟਾਂ ਦੇ ਸਿਰ ਤੇ ਚੜ੍ਹੇ ਹੋਏ ਆ, ਕੋਈ ਹੱਲ ਨਹੀਂ ਹੋਇਆ। ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ ਵਪਾਰੀਆਂ ਨੂੰ। ਪੰਜਾਬ 'ਚ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਤੁਸੀਂ ਜੀ? ਆਉਣ ਵਾਲੀ ਸਰਕਾਰ ਆਵੇ ਤੇ ਕਿਸ ਤਰ੍ਹਾਂ ਦੀ ਸਰਕਾਰ ਹੋਵੇ, ਕਿਸ ਤਰ੍ਹਾਂ ਦੁਕਾਨਦਾਰਾਂ ਦੇ ਪ੍ਰਤੀ ਕੀ ਕੰਮ ਕਰੇ? ਦੁਕਾਨਦਾਰਾਂ ਦੇ ਭਲੇ ਲਈ ਵੇਖੋ ਜੀ, ਟੈਕਸ ਜਿਹੜਾ ਵਾ ਉਹ ਛੋਟ ਦੇਣੀ ਚਾਹੀਦੀ ਹੈ। ਕੁਛ ਇਨਕਮ ਟੈਕਸ ਦਾ ਸਲੈਬ ਵਧਾਉਣਾ ਚਾਹੀਦਾ ਵਾ। 5 ਲੱਖ ਰੁਪਏ ਇਨਕਮ ਟੈਕਸ ਦਾ ਸਲੈਬ ਸੈਂਟਰਲ ਗਵਰਨਮੈਂਟ ਨੇ ਕੀਤਾ ਹੋਇਆ ਵਾ। ਕੁਛ ਪੰਜਾਬ ਸਰਕਾਰ ਵੱਲੋਂ ਵੀ ਕਰਨਾ ਚਾਹੀਦਾ ਵਾ। ਵਪਾਰੀ ਵਰਗ ਨੂੰ ਪੈਟਰੋਲ ਡੀਜ਼ਲ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਜੀ। ਪੰਜਾਬ ਸਰਕਾਰ ਦਾ ਮੇਰੇ ਖਿਆਲ ਨਾਲ 30-32% ਟੈਕਸ ਆ, ਘਟਾ ਕੇ ਰੱਖੇ, ਵਪਾਰੀਆਂ ਨੂੰ ਦੇਣ ਕੁਛ ਨਾ ਕੁਛ, ਫੇਰ ਹੀ ਫਾਇਦਾ ਹੋਊਗਾ ਜੀ ਉਹਨਾਂ ਦਾ। ਤੇ ਕਿਉਂਕਿ ਜਿੰਨਾ ਹੁਣ ਵਪਾਰ ਵਰਗ ਆ, ਉਹਦਾ ਕੰਮ ਖਰਚੇ ਦੇ ਸਿਰ ਤੇ ਚੱਲਦਾ। ਪੈਟਰੋਲ ਦਾ ਖਰਚਾ ਪੈਣਾ ਹੀ ਪੈਣਾ ਉਹਨੂੰ, ਡੀਜ਼ਲ ਦਾ ਖਰਚਾ ਉਹਨੂੰ ਪੈਣਾ ਹੀ ਪੈਣਾ। ਸਰਕਾਰ ਨੂੰ ਚਾਹੀਦਾ ਵਾ, ਜਿਹੜੀ ਨਵੀਂ ਸਰਕਾਰ ਆਵੇ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਮਤਲਬ ਹਰ ਵਰਗ ਨੂੰ ਖੁਸ਼ ਰੱਖੇ, ਵਪਾਰੀਆਂ ਦਾ ਵੀ ਸੋਚੇ, ਹਰ ਵਰਗ ਦਾ ਸੋਚੇ। ਝੂਠੇ ਲਾਰੇ ਨਾ ਲਾ ਕੇ ਫ੍ਰੀ ਦੀ ਕੋਈ ਵੀ ਚੀਜ਼ ਫ੍ਰੀ ਦੇਣ ਨਾਲੋਂ ਚੰਗਾ ਵਾ ਉਹਦਾ ਰੇਟ ਘਟਾ ਕੇ ਦਿੱਤਾ ਜਾਵੇ, ਤਾਂ ਕਿ ਉਹ ਹਰ ਬੰਦਾ ਉਹਨੂੰ ਦੇ ਸਕੇ ਆਪਣੇ ਟਾਈਮ ਨਾਲ। ਦੇਖੋ ਜੀ, ਆਪਾਂ ਗੱਲ ਕਰਾਂਗੇ ਪੰਜਾਬ ਦੀ। ਪੰਜਾਬ 'ਚ ਵਿਧਾਨ ਸਭਾ ਚੋਣਾਂ ਜੋ ਕਿ ਹਰ 5 ਸਾਲ ਬਾਅਦ ਹੁੰਦੀਆਂ ਨੇ, ਅਤੇ ਹਰ 5 ਸਾਲ ਬਾਅਦ ਹਰ ਪੰਜਾਬ ਦੀ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਲੈ ਕੇ ਆਉਂਦੀਆਂ ਨੇ। ਪਰ ਇਹ ਸਾਨੂੰ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਖੁਦ ਰਲ ਕੇ ਇੱਕ ਹੱਲਾ ਮਾਰਨਾ ਚਾਹੀਦਾ ਹੈ, ਅਤੇ ਆਪਣੇ ਬੱਚਿਆਂ ਦਾ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਪੰਜਾਬ ਦਾ ਜੋ ਕਿ ਸਾਡਾ ਪੰਜਾਬ ਦੇਖਦੇ ਕਿਸੇ ਪੁਰਾਣੇ ਸਮੇਂ ਤੋਂ ਥੋੜ੍ਹਾ 5 ਸਾਲ 10 ਸਾਲ ਬੈਕ ਚੱਲ ਜੇ, ਕਾਫੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਸਾਡੇ ਪੰਜਾਬ ਦੇ ਵੀਰ ਨੌਜਵਾਨ ਦੁਨੀਆ ਤੋਂ ਚੱਲ ਵਸੇ ਨੇ। ਇਸ ਲਈ ਅਸੀਂ ਉਹਨਾਂ ਪੰਜਾਬ ਦੇ ਵਾਸੀਆਂ ਨੂੰ ਤੇ ਖੁਦ ਵੀ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬੀ ਨੂੰ ਅਪੀਲ ਕਰਦੇ ਹਾਂ, ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਕਿ ਆਪਾਂ ਇੱਕ ਅਜਿਹੀ ਸਰਕਾਰ ਬਣਾਈਏ, ਚਾਹੇ ਕਿਸੇ ਪਾਰਟੀ ਹੋਵੇ, ਲੇਕਿਨ ਸੋਚ ਸਮਝ ਕੇ ਅਤੇ ਚੋਣ ਮੈਨੀਫੈਸਟੋ ਜੋ ਕਿ ਅੱਜ ਕੱਲ੍ਹ ਚੱਲ ਰਿਹਾ ਵਾ, ਫਰੀ ਮਿਲ ਜੂਗਾ ਦਾਲ ਆਟਾ, ਫਰੀ ਮਿਲ ਜੂਗਾ ਬਿਜਲੀ, ਆਪਾਂ ਇਹ ਚੀਜ਼ਾਂ ਤੋਂ ਹਟ ਕੇ ਆਪਾਂ ਕੁਝ ਇਹੋ ਜਿਹਾ ਕਰੀਏ ਜਿਹਦੇ ਕਾਰਨ ਸਾਡਾ ਪੰਜਾਬ ਵੀ ਸੂਬਾ ਖੁਸ਼ਹਾਲ ਹੋਵੇ, ਲੋਕ ਵੀ ਖੁਸ਼ਹਾਲ ਰਹਿਣ ਅਤੇ ਕਾਰੋਬਾਰ ਹੋਵੇ। ਅਸੀਂ ਪੰਜਾਬ ਸਰਕਾਰਾਂ ਤੋਂ ਫਰੀ ਵਾਲੀ ਚੀਜ਼ਾਂ ਹਟ ਕੇ ਅਸੀਂ ਆਪਣਾ ਬਿਜ਼ਨਸ ਮੰਗੀ ਸਰਕਾਰਾਂ ਤੋਂ, ਤਾਂ ਕਿ ਪੰਜਾਬ ਦੇ ਵਿੱਚ ਸਰਕਾਰਾਂ ਕੁਝ ਇੰਡਸਟਰੀਆਂ ਲਗਾਉਣ, ਤਾਂ ਕਿ ਸਾਡੇ ਨੌਜਵਾਨ ਜੋ ਕਿ ਬੇਰੁਜ਼ਗਾਰ ਤੁਰੇ ਫਿਰਦੇ ਨੇ, ਉਹ ਇੰਡਸਟਰੀਆਂ ਦੇ ਵਿੱਚ ਆਪਣਾ ਕਾਰੋਬਾਰ ਕਰ ਸਕਣਗੇ, ਤਾਂ ਕਿ ਪਰਿਵਾਰ ਚਲਾ ਸਕਣਗੇ ਅਤੇ ਨਸ਼ਿਆਂ ਤੋਂ ਹਟ ਕੇ ਆਪਣਾ ਜੀਵਨ ਖੁਸ਼ਹਾਲ ਕਰ ਸਕਣਗੇ ਜੀ। ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ। ਗੱਲ ਇੱਦਾਂ ਜੀ ਕਿ ਜੋ ਆਉਣ ਵਾਲੀ ਆ ਉਹਦੇ ਗੱਲ ਆਪਾਂ ਬਾਅਦ 'ਚ ਵੇਖਾਂਗੇ। ਜਿਹੜੀ ਮੌਜੂਦਾ ਦਾ ਵੇਖੀਏ, ਸਿਹਤ ਸਹੂਲਤਾਂ ਦੀ ਤੁਸੀਂ ਗੱਲ ਕੀਤੀ, ਸਿਹਤ ਸਹੂਲਤਾਂ ਦੀ ਬਹੁਤ ਬੁਰੀ ਹਾਲ ਆ। ਹੁਣ ਐਗਜ਼ਾਮਪਲ ਦੇ ਤੌਰ 'ਤੇ ਵੇਖ ਲਈਏ, ਆਪਣੇ ਹਲਕੇ 'ਚ ਪੱਟੀ ਇੱਕ ਤਹਿਸੀਲ ਹੈ ਜੀ, ਚੰਗੇ ਨਾਲ ਉਹਦੇ ਨਾਲ 5-7-10 ਪਿੰਡ ਪੈਂਦੇ ਆ। ਉੱਥੇ ਲੇਡੀਜ਼ ਡਾਕਟਰ ਹੀ ਨਹੀਂ ਹੈਗੇ, ਤੇ ਸਮਾਜ ਸੇਵੀ ਸੰਸਥਾ ਨੇ, ਕਾਫੀ ਸੰਸਥਾ ਨੇ ਰਲ ਕੇ ਘੱਟੋ ਘੱਟ 10 ਵਾਰ ਮੰਗ ਪੱਤਰ ਦੇ ਚੁੱਕੇ ਹੋਏ ਨੇ, ਉਹਦੀ ਕੋਈ ਸੁਣਵਾਈ ਨਹੀਂ। ਤੁਸੀਂ ਗੱਲ ਕੀਤੀ ਸਮਾਰਟ ਸਕੂਲਾਂ ਦੀ, ਉਹ ਵੀ ਸਭ ਕੁਝ ਤੁਹਾਡੇ ਸਾਹਮਣੇ ਆ। ਕਿਸੇ ਵੀ ਆਪਣੇ ਤਰਨਤਾਰਨ 'ਚ ਚੱਲ ਚੱਲੀਏ ਆਪਾਂ, ਕਿਸੇ ਵੀ ਸਕੂਲ 'ਚ ਮੇਰੇ ਹਿਸਾਬ ਨਾਲ ਸ਼ਹਿਰ ਦੇ ਵਿੱਚ 8-10 ਸਕੂਲ ਹੋਣੇ ਆ, ਇੱਕ ਵੀ ਸਕੂਲ ਜਿਹੜਾ ਸੰਪੂਰਨ ਤੁਸੀਂ ਕਹਿ ਨਹੀਂ ਸਕਦੇ ਕਿ ਸਮਾਰਟ ਸਕੂਲ ਆ। ਇਹ 'ਚ ਕੋਈ ਇਹ ਚੀਜ਼ਾਂ ਦੇ ਜਿਹੜੀਆਂ ਮੌਜੂਦਾ ਸਰਕਾਰ ਦੇ ਆਪਣੇ ਸਾਹਮਣੇ ਹੀ ਆ। ਬਾਕੀ ਤੁਸੀਂ ਗੱਲ ਕੀਤੀ ਕੇਜਰੀਵਾਲ ਸਰਕਾਰ ਦੀ ਜੀ, ਕੇਜਰੀਵਾਲ ਸਰਕਾਰ ਐਲਾਨ ਤੇ ਕਰੀ ਜਾਂਦੀ ਆ, ਜਿਵੇਂ ਆਪਾਂ ਵੇਖੀ ਉਹਨਾਂ 1000 ਰੁਪਿਆ ਮਹੀਨਾ ਹਰੇਕ ਮਹਿਲਾ ਨੂੰ ਦੇਣ ਦਾ ਵਾਅਦਾ ਕੀਤਾ ਵਾ, ਤੇ ਦੂਜੇ ਉਹਨੂੰ ਜੇ ਮੰਨ ਲਓ ਵਧੀਆ ਗੱਲ ਆ ਜੇ ਦੇਣਗੇ ਤੇ, ਪਰ ਇਹ ਆਪਾਂ ਸਭ ਤੋਂ ਪਹਿਲਾਂ ਇਹ ਵੀ ਵੇਖਣਾ ਨਾ 1000 ਰੁਪਿਆ ਮਹੀਨਾ ਆਊਗਾ ਕਿੱਥੋਂ। ਉਹ ਪੰਜਾਬ ਦੇ ਕੀ ਨਾਮ ਹੈਗਾ ਵਾ ਬਜਟ ਦੇ ਨਾਲੋਂ ਹੀ, ਜਿੰਨਾ ਪੰਜਾਬ ਦਾ ਬਜਟ ਆ ਕੁੱਲ, ਉਸ ਤੋਂ ਜ਼ਿਆਦਾ ਰਕਮ ਬਣ ਜਾਂਦੀ, ਉਹ ਕਿੱਥੋਂ ਆਊਗੀ? ਉਸ ਚੀਜ਼ ਲਈ ਦੇਣ ਲਈ ਜੇਬ 'ਚ ਪੈਸੇ ਵੀ ਹੋਣੇ ਚਾਹੀਦੇ ਨੇ, ਸਰਕਾਰ ਦਾ ਖਜ਼ਾਨੇ ਦੇ ਵਿੱਚ ਪੈਸੇ ਵੀ ਹੋਣੇ ਚਾਹੀਦੇ ਨਾ, ਉਹ ਕਿੱਥੋਂ ਆਮਦਨੀ ਆਊਗੀ? ਮੈਨੂੰ ਨਹੀਂ ਜੀ ਲੱਗਦਾ ਕਿ ਇਹੋ ਜਿਹਾ ਕੋਈ ਵੀ ਝੂਠ ਦੇ ਪਲੰਦਿਆਂ ਦੇ ਸਾਰੇ ਬਿਆਨਬਾਜ਼ੀ ਹੋ ਰਹੀ ਹੈ। ਕੋਈ 200 ਯੂਨਿਟ ਕਰ ਦਿੰਦਾ, ਕੋਈ 400 ਕਰ ਦਿੰਦਾ, ਕੋਈ 400 ਕਰ ਦਿੰਦਾ, ਅਗਲਾ 600 ਕਰ ਦਿੰਦਾ, 600 ਹੋ ਜਾਂਦਾ ਤਾਂ ਅਗਲਾ 800 ਕਰ ਦਿੰਦਾ। ਮੈਨੂੰ ਲੱਗਦਾ ਨਹੀਂ ਜੀ ਇਹ ਕੁਝ ਹੋਣਾ ਚਾਹੀਦਾ। ਸਗੋਂ ਕੀ ਚਾਹੀਦਾ ਵਾ ਕਿ ਆਪਣਾ ਇਹਨਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਕੇ ਆਪਣੇ ਆਉਂਦੀ ਹੈ ਸੱਤਾ ਦੇ ਵਿੱਚ ਆਉਂਦੇ ਨੇ, ਇਹਨਾਂ ਦੀ ਮਾਨਤਾ ਪਾਰਟੀਆਂ ਦੀ ਰੱਦ ਕਰ ਦੇਣੀ ਚਾਹੀਦੀ ਹੈ। ਜਿਹੜੀ ਚੋਣ ਜਿੱਤਣ ਤੋਂ ਬਾਅਦ ਆਪਣੇ ਮਤਲਬ ਕਿ ਇਹ ਨਹੀਂ ਕਰ ਪਾਉਂਦੀਆਂ ਪੂਰੇ, ਜਿਹੜੀਆਂ ਮੌਜੂਦਾ ਨੇ ਜੋ ਵੀ ਨੇ, ਇਹਨਾਂ ਦੀ ਪਾਰਟੀ ਦੀ ਜੀ ਨਾ ਕਿ ਮਾਨਤਾ ਹੀ ਰੱਦ ਕਰ ਦੇਣੀ ਚਾਹੀਦੀ ਹੈ ਕਿ ਜਿਹੜੀ ਝੂਠ ਦੇ ਸਿਰ ਤੇ ਆਪਣੀ ਸੱਤਾ ਕਬਜ਼ੀ ਹੁੰਦੀ ਨੇ ਜੀ।
ਤੁਸੀਂ ਵੇਖਿਆ ਕਿ ਕੀ ਚਾਹੁੰਦਾ ਪੰਜਾਬ ਦੇ ਵਿੱਚ ਲੋਕ ਸੱਚਮੁੱਚ ਰਾਜਨੀਤਿਕ ਤੌਰ ਦੇ ਉੱਤੇ ਚੇਤਨ ਹੋ ਚੁੱਕੇ ਨੇ, ਪਰੰਤੂ ਲੋਕਾਂ ਦੀਆਂ ਦਿੱਕਤਾਂ ਔਰ ਸਮੱਸਿਆਵਾਂ ਹਮੇਸ਼ਾ ਸਵਾਲਾਂ ਦੇ ਰੂਪ ਦੇ ਵਿੱਚ ਔਰ ਇੱਛਾਵਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। 2022 ਦੀਆਂ ਚੋਣਾਂ ਦੇ ਵਿੱਚ ਇਹੀ ਛੋਟੀਆਂ ਸਮੱਸਿਆਵਾਂ, ਇਹੀ ਇੱਛਾਵਾਂ ਇਸ ਗੱਲ ਦੀ ਨੀਂਹ ਧਰਨਗੀਆਂ ਕਿ ਕੌਣ 2022 ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਬਜ਼ਾ ਕਰੇਗਾ, ਕਿਸ ਨੂੰ ਲੋਕ ਵੋਟਾਂ ਪਾ ਕੇ 2022 ਦਾ ਜਿਹੜਾ ਪੰਜਾਬ ਦੀਆਂ ਚੋਣਾਂ ਨੇ ਉਸ ਦੇ ਵਿੱਚ ਜੇਤੂ ਕਰਨਗੇ ਜਾਂ ਕਿਸ ਨੂੰ ਹਰਾਉਣਗੇ। ਜਸਟ ਟੀਵੀ ਦਾ ਇਹ ਖਾਸ ਪ੍ਰੋਗਰਾਮ ਕੀ ਚਾਹੁੰਦਾ ਪੰਜਾਬ ਹਮੇਸ਼ਾ ਹੀ ਤੁਹਾਡੇ ਲਈ ਇਸੇ ਤਰੀਕੇ ਦੇ ਲੋਕਾਂ ਦੀ ਆਵਾਜ਼ ਲੈ ਕੇ ਆਉਂਦੇ ਰਹਾਂਗੇ ਔਰ ਇਸ ਆਵਾਜ਼ ਦੇ ਰਾਹੀਂ ਇਹ ਸਵਾਲ ਪੁੱਛਦੇ ਰਹਾਂਗੇ, ਕੀ ਚਾਹੁੰਦਾ ਪੰਜਾਬ। ਦਿਓ ਇਜਾਜ਼ਤ, ਬਣੇ ਰਹੋ ਜਸਟ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।